जो बोले सो निर्भय। भगवान वाल्मीकि महाराज की जय। सैब श्री सतगुरु गुरु ज्ञाननाथ महाराज की जय। परमात्मा वाल्मीकि जी की बाणी सैब श्री योग वशिष्ठ ग्रंथ चौं युगां की बाणी। पहला परमात्मा वाल्मीकि जी ने इसे बाणी नूं भारतवाज शिष्य नूं ज्ञान करा के जीवन मुक्त कराया। ਦੁਆਪਰ ਦੇ ਵਿੱਚ ਰਾਜਾ ਅਸ਼ਟਨੇਮੀ ਨੂੰ ਇਸੇ ਬਾਣੀ ਨੂੰ ਜਪਾ ਕੇ ਜੀਵਨ ਮੁਕਤ ਕਰਾਇਆ। ਤ੍ਰੇਤਾ ਯੁੱਗ ਦੇ ਵਿੱਚ ਇਸੇ ਬਾਣੀ ਨੂੰ ਗੁਰੂ ਵਸਿਸ਼ਠ ਦੇ ਕੋਲੋਂ ਸ਼੍ਰੀ ਰਾਮ ਚੰਦਰ ਜੀ ਨੇ ਜਪ ਕੇ ਉਸ ਪਾਰ ਬ੍ਰਹਮ ਪ੍ਰਮਾਤਮਾ ਦੇ ਦਰਸ਼ਨ ਪਾਏ, ਜੀਵਨ ਮੁਕਤ ਜਨਮ ਮਰਨ ਤੋਂ ਮੁਕਤ ਹੋਇਆ। ਤੇ ਕਲ ਯੁੱਗ ਦੇ ਵਿੱਚ ਆ ਕੇ ਇਸੇ ਬਾਣੀ ਨੂੰ ਸਾਰੇ ਸੰਸਾਰ ਨੇ ਜਪਿਆ, ਜੋ ਰਾਮ ਕਥਾ ਯੁੱਗੋ ਯੁੱਗ ਅਟਲ ਹੈ। ਚੌਂ ਯੁੱਗਾਂ ਦਾ ਵਿਸ਼ਾਸਨ ਹੈ, ਚੌਂ ਯੁੱਗਾਂ ਦੀ ਬਾਣੀ ਸਾਹਿਬ ਸ਼੍ਰੀ ਯੋਗ ਵਸਿਸ਼ਠ ਮਹਾਰਾਮਾਇਣ। ਪਰਮਾਤਮਾ ਵਾਲਮੀਕੀ ਜੀ ਨੇ ਇਸ ਵਿੱਚ ਸਮ ਸੰਤੋਖ ਵਿਚਾਰ ਸਤਸੰਗ ਤੇ ਬੜੀਆਂ ਡੂੰਘਾਈਆਂ ਦੇ ਨਾਲ ਸਾਨੂੰ ਸੁਪਾਰ ਬ੍ਰਹਮ ਪਰਮਾਤਮਾ ਵਾਲਮੀਕੀ ਜੀ ਨੇ ਇਨਸਾਨ ਨੂੰ ਵਿਸ਼ੇਸ਼ਣ ਕਰਾਇਆ ਕਿ ਪਰਮਾਤਮਾ ਕਿਤੇ ਬਾਹਰ ਨਹੀਂ ਹੈ। ਤੂੰ ਖੋਜ, ਜੋ ਖੋਜੇ ਸੋ ਪਾਵੇ। ਅੰਦਰ ਖੋਜਣਾ ਉਸ ਪਰਮਾਤਮਾ ਨੂੰ। ਤੇ ਆਓ ਪਰਮਾਤਮਾ ਵਾਲਮੀਕੀ ਜੀ ਦੀ ਬਾਣੀ ਦੇ ਨਾਲ ਆਪਾਂ ਜੁੜਦੇ ਹਾਂ। ਉਹਨਾਂ ਦੇ ਵਿੱਚੋਂ ਕੁਝ ਵਿਚਾਰ ਪਰਮਾਤਮਾ ਵਾਲਮੀਕੀ ਜੀ ਦੀ ਬਾਣੀ ਦੇ ਵਿੱਚੋਂ। ਇਤਿਸ ਸ਼੍ਰੀ ਯੋਗ ਵਸਿਸ਼ਠ ਉਤਪਤੀ ਪ੍ਰਕਰਨੇ ਬੁੱਧ ਹੇਤੂ ਵਰਨੋ ਨਾਮ ਚੌਥਾ ਸਰਗ ਚੌਥਾ। ਕਿਉਂਕਿ ਉਤਪਤੀ ਦਾ ਅਰਥ ਹੈ ਕਿ ਸੰਸਾਰ ਦੀ ਜਿੰਨੀ ਵੀ ਉਤਪਤੀ ਕਰਦਾ ਹੈ ਉਹ ਮਨ ਕਰਦਾ ਹੈ। ਮਨ ਆਤਮਾ ਦੇ ਨਾਲ ਮਿਲ ਕੇ ਚੇਤਨ ਹੋ ਕੇ ਸੰਸਾਰ ਦੀ ਉਤਪਤੀ ਕਰਦਾ ਹੈ। ਇੱਥੇ ਅਗਲੀ ਪੰਕਤੀ ਦੇ ਵਿੱਚ ਭਾਰਤਵਾਜ ਸ਼ਿਸ਼ ਪਰਮਾਤਮਾ ਵਾਲਮੀਕੀ ਜੀ ਨੂੰ ਤੇ ਹਨ ਕਿ ਹੇ ਪ੍ਰਮਾਤਮਾ, ਹੇ ਭਗਵਾਨ, ਜੇ ਮਨ ਦਾ ਰੂਪ ਕੀ ਹੈ, ਮਨ ਦਾ ਰੂਪ ਕਿੱਦਾਂ ਪ੍ਰਗਟ ਹੋਇਆ ਹੈ, ਔਰ ਮਨ ਜੇ ਕਿਆ ਮਾਇਆ ਹੈ, ਮਨ ਦੀ ਕਿਹੜੀ ਮਾਇਆ ਹੈ ਪ੍ਰਮਾਤਮਾ ਕਿ ਜਿਹੜਾ ਮਨ ਸਾਨੂੰ ਕਦੇ ਟਿਕਣ ਨਹੀਂ ਦਿੰਦਾ, ਕਦੇ ਰੁਕਣ ਨਹੀਂ ਦਿੰਦਾ। ਇसी का होना जिससे हुआ है वह कौन सा पद है। गुरु वशिष्ठ जी ਭਾਰਤਵਾਜ ਸ਼ਿਸ਼ ਜੀ ਪਰਮਾਤਮਾ ਵਾਲਮੀਕੀ ਜੀ ਨੂੰ ਪੁੱਛ ਰਹੇ ਹਨ ਕਿ हे ਭਗਵਾਨ, ਇਹ ਮਨ का रूप ਕੀ ਹੈ और माया क्या है। इसी का होना किस कोने पद से होया है। जब प्रलय होती है तब जगत का अभाव होता है। क्योंकि जदों पुरुष दे उत्ते बड़ा दुख आउंदा है, फिर वो परमात्मा दे एड़ गिड़ जाता है, अरदासां करता है। जो असीं बाणी दे मोहरे जाके अरदासां करता है कि परमात्मा मेरे ते इन्ना दुख आया, मैनू इचों बाहर कढ। और पीछे जब सब जगत का अभाव होता है कि जदों पुरुष नूं सारे संसार का ज्ञान हो जाता, पीछे जो शेख रहता, क्योंकि पिछे कौन रहिंदा, आत्मा जो सारिਆਂ ਦੇ ਵਿੱਚ बोल रही है। हर कण ਦੇ ਵਿੱਚ परमात्मा बोल रहा, आत्मा ही परमात्मा है। क्योंकि परमात्मा वाल्मीकि जी ने भारतवाज शिष ਨੂੰ बड़ी डूंघाई ਦੇ ਨਾਲ इस बाणी ਦੇ ਵਿੱਚ समझाया है कि हे भारतवाज शिष, परमात्मा सब जगत में स्थित है। क्योंकि परमात्मा हर कण ਦੇ ਵਿੱਚ है, हर कण ਦੇ ਪਿੱਛੇ परमात्मा सत है, रूप है, और आद सर्ग भी सत है। क्योंकि जिहड़ा आद है, आद तो चलता आ रहा, वो भी सच है, और उसी का नाश कदाचित नहीं होता। क्योंकि परमात्मा का नाश कदी नहीं होंदा। ना परमात्मा जन्मदा है ते ना कदी मरदा है। परमात्मा सर्व व्यापी है, सदा प्रकाश, परम देव शुद्ध परमात्मा तत् अजर अविनाशी दूत है। क्योंकि जिहड़ा परमात्मा तत् है, अजर है, अविनाशी है, वो दूत है। वो साढ़े उसी को बाणी के साथ कह नहीं सकते। क्योंकि परमात्मा वाल्मीकि जी भारतवाज शिष्य नूं समझा रहे हैं कि हे भारतवाज शिष्य,
ਉਹਨੂੰ ਅਸੀਂ ਬਾਣੀ ਨਾਲ ਨਹੀਂ ਕਹਿ ਸਕਦੇ ਪਰਮਾਤਮਾ ਨੂੰ, ਕਿਉਂਕਿ ਅਸੀਂ ਬਾਣੀ ਦੇ ਨਾਲ ਅਸੀਂ ਪੜ੍ਹਦੇ ਹਾਂ, ਬਾਣੀ ਦਾ ਵਿਚਾਰ ਕਰਦੇ ਹਾਂ, ਪਰ ਉਹਨੂੰ ਅਸੀਂ ਬਾਣੀ ਦੇ ਨਾਲ ਨਹੀਂ ਕਹਿ ਸਕਦੇ। ਵੈ ਪਰਮ ਪਦ ਜੀਵਨ ਮੁਕਤ ਪਾਤਾ ਹੈ, ਕਿਉਂਕਿ ਜਿਹੜਾ ਪਰਮਾਤਮਾ ਦਾ ਪਦ ਹੈ ਉਹ ਜੀਵਨ ਮੁਕਤ ਪੁਰਸ਼ ਪਾਉਂਦਾ ਹੈ। ਕਿਉਂਕਿ ਜਿਸ ਤਰ੍ਹਾਂ ਕਲ ਯੁੱਗ ਦੇ ਵਿੱਚ ਆ ਕੇ ਗੁਰੂ ਗਿਆਨਨਾਥ ਮਹਾਰਾਜ ਜੀ ਆਪ ਸਾਖਸ਼ਾਤ ਪ੍ਰਗਟ ਹੋਏ ਪਰਮਾਤਮਾ ਦੇ ਰੂਪ 'ਚ, ਉਹਨਾਂ ਨੇ ਹੀ ਪਰਮਾਤਮਾ ਨੂੰ ਪਾਇਆ ਹੈ। ਅਤੇ ਇਹ ਕੋਈ ਵੀ ਇਨਸਾਨ ਧਰਤੀ ਦੇ ਉੱਤੇ ਪ੍ਰਸ਼ਾਰਤ ਕਰਕੇ, ਅਭਿਆਸ ਕਰਕੇ ਇਸ ਸ਼ਬਦ ਨੂੰ ਜਪ ਕੇ, ਜੋ ਓੰਗ ਸੋਹੰਗ ਸਾਰੇ ਸੰਸਾਰ ਨੇ ਜਪਿਆ, ਉਹਨੂੰ ਜਪ ਕੇ ਤਾਂ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਪਾ ਸਕਦਾ ਹੈ। ਆਤਮਦਾਇਕ ਸ਼ਬਦ ਉਪਦੇਸ਼ ਮੇਂ ਕਲਪਤੇ ਹੈ, ਕਿਉਂਕਿ ਜਿਹੜੀ ਆਤਮਾ ਆ, ਜਿਹੜਾ ਮਨ ਦੇ ਵਿੱਚ ਸ਼ਬਦ ਹੈ, ਕਿਉਂਕਿ ਸ਼ਬਦ ਤੋਂ ਪਰਮਾਤਮਾ ਨੇ ਉਤਪਤੀ ਕੀਤੀ ਹੈ। ਸ਼ਬਦ ਉਪਦੇਸ਼ ਮੇਂ ਕਲਪਤੇ ਹੈ, ਕਿਉਂਕਿ ਜਿਹੜਾ ਉਪਦੇਸ਼ ਹੈ ਉਹ ਸ਼ਬਦ ਹੈ ਪਰਮਾਤਮਾ ਦਾ, ਸ਼ਬਦ ਤੋਂ ਹੀ ਉਤਪਤੀ ਹੈ। ਸ਼ਬਦ ਦੇ ਅੰਦਰ ਹੋਏ, ਸ਼ਬਦ ਦੇ ਅੰਦਰ ਸਭ, ਕਿਉਂਕਿ ਸ਼ਬਦ ਦੇ ਅੰਦਰ ਹੀ ਦੁਨੀਆ ਰਚੀ ਹੈ। ਜੇ ਆਪਾਂ ਪਰਮਾਤਮਾ ਵਾਲਮੀਕੀ ਜੀ ਸਾਨੂੰ ਇੱਥੇ ਵੀ ਸਮਝਾਉਂਦੇ ਹਨ ਕਿ ਅਸੀਂ ਗੁਰੂ ਦੇ ਕੋਲੋਂ ਸ਼ਬਦ ਲੈਂਦੇ ਹਾਂ, ਗੁਰੂ ਨੇ ਤਾਂ ਚਲੇ ਜਾਣਾ, ਜੋ ਵੀ ਦੁਨੀਆ 'ਤੇ ਆਇਆ ਉਹਨੇ ਚਲੇ ਜਾਣਾ, ਪਰ ਉਹ ਜਿਹੜਾ ਸ਼ਬਦ ਹੈ ਜੁਗੋ ਜੁਗ ਅਟਲ ਹੈ। ਸ਼ਬਦ ਆਦਿ ਤੋਂ ਚੱਲਦਾ ਆ ਰਿਹਾ ਹੈ, ਸ਼ਬਦ ਆਦਿ ਸੱਚ ਜੁਗਾ ਸੱਚ। ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਆਣ ਕੇ ਇਸ ਚੀਜ਼ ਨੂੰ ਵਿਸ਼ੇਸ਼ਣ ਕੀਤਾ। ਇਸੇ ਸ਼ਲੋਕ 'ਚੋਂ ਹੀ, ਇਸੇ ਸ਼ਲੋਕ ਤੋਂ ਕਲਯੁਗ 'ਚ ਆ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਲੋਕ ਨੂੰ ਉਚਾਰਨ ਕੀਤਾ। ਆਦਵ ਅਵਿਨਾਸ਼ੀ ਹੈ, ਸ਼ਬਦ ਉਪਦੇਸ਼ ਮੇਂ ਕਲਪਤਾ ਹੈ। ਸੁਭਾਵਿਕ ਕੋਈ ਸ਼ਬਦ ਨਹੀਂ ਪਵਿੱਤਰਤਾ, ਕਿਉਂਕਿ ਜਿਹੜਾ ਸ਼ਬਦ ਹੈ, ਸੁਭਾਵਿਕ ਜਿਹੜਾ ਦੁਨੀਆ 'ਤੇ ਕੋਈ ਸ਼ਬਦ ਹੈ ਉਹ ਤੋਂ ਪਵਿੱਤਰ ਕੋਈ ਨਹੀਂ ਹੈਗਾ। महाराज लिखते हैं कि सिख को बताने के लिए शस्त्रकारों ने देव के इतने नाम रखे हैं, क्योंकि जिहड़ा सिख है, आप सारे सिख हैं, इस सिख नूं दस्सण लई परमात्मा वाल्मीकि जी ने शस्त्र, क्योंकि शस्त्र जिहड़ी बाणी आप पढ़ रहे हैं, किन्ने शस्त्र आ दुनिया ते, अलग अलग शस्त्र, शस्त्रकारों ने देव को इतने नाम रखे हैं। मूर्ख तो देव को पुरुष कहते हैं, क्योंकि ਜਿਹੜੇ ਮੂਰਖ ਹੈ ਕਈ ਦੇਵ ਨੂੰ ਪੁਰਸ਼ कहते हैं। वेदवादी ब्रह्म कहते, क्योंकि जिन्हों ने वेदां ਨੂੰ ਪੜ੍ਹਿਆ, वेदां ਨੂੰ ਜਾਣ ਲਿਆ, ਉਹ ਪਰਮਾਤਮਾ ਨੂੰ ਬ੍ਰਹਮ ਕਹਿੰਦੇ ਆ। ਕਿਉਂਕਿ ਜਿਹੜੇ ਵਿਗਿਆਨ, ਜਿਹੜੇ ਆਪਾਂ ਸਾਇੰਸ ਕਹਿ ਦਿੰਦੇ ਆ, ਸਾਇੰਸ ਜਿਹੜੇ ਪਰਮਾਤਮਾ ਨੂੰ ਬੁੱਧੀ ਕਹਿੰਦੇ ਆ, ਉਹਨੂੰ ਦਿਮਾਗ ਕਹਿੰਦੇ ਆ। ਔਰ ਕਈ कहते हैं कि परमात्मा निर्मल है, ਕਿਉਂਕਿ ਪਰਮਾਤਮਾ ਨਿਰਮਲ ਵੀ ਹੈ। ਉਹ ਸਾਡੇ ਅੰਦਰ ਜਦੋਂ ਮਨ ਸ਼ਾਂਤ ਹੋ ਜਾਂਦਾ, ਸਾਡਾ ਹਿਰਦੇ, ਉਹ ਸਾਨੂੰ ਨਿਰਮਲ ਪਰਮਾਤਮਾ ਨਜ਼ਰ ਆਉਂਦਾ ਹੈ। ਸੁਨਵਾਦੀ, ਜਿਹੜੇ ਸੁਣਨਵਾਦੀ ਹੈ, ਉਹ ਕਹਿੰਦੇ ਆ ਸੁਣਨਾ ਸ਼ੇਖ ਰਹਿਤਾ ਹੈ, ਕਿਉਂਕਿ ਪਰਮਾਤਮਾ ਜਿਹੜਾ ਸਦਾ ਰਹਿੰਦਾ ਹੈ। ਕੋਈ कहता है कि ਪ੍ਰਕਾਸ਼ ਰੂਪ ਹੈ, ਕੋਈ ਪਰਮਾਤਮਾ ਨੂੰ ਪ੍ਰਕਾਸ਼ ਕਹਿ ਰਿਹਾ ਹੈ ਕਿ ਸਾਨੂੰ ਨਜ਼ਰ ਆ ਰਿਹਾ, ਜਿਹੜਾ ਪ੍ਰਕਾਸ਼ ਹੈ ਪਰਮਾਤਮਾ ਦਾ। ਜਿਸ ਕਰਕੇ ਪ੍ਰਕਾਸ਼ ਸੇ ਜੇ ਸੂਰਜ ਪ੍ਰਕਾਸ਼ਤਾ ਹੈ, ਕਿਉਂਕਿ ਜਿਹਦੇ ਪ੍ਰਕਾਸ਼ ਦੇ ਨਾਲ ਸੂਰਜ ਵੀ ਪ੍ਰਕਾਸ਼ਦਾ ਹੈ। एक कई पुरुष उसको बखत कहते हैं, क्योंकि कई उस परमात्मा का नाम रखा होया कि बखत, बखत भी परमात्मा का ही नाम है। और आद वेद भी का भी बखत वही है, क्योंकि जिहड़ा आद तो चलता आ रहा वेद दा बखत वही है। और सिमरत करता कहते हैं, क्योंकि जिहड़ा सिमरन करा रहा साडे तो, बोल रहा साडे विच, उहनूं करता भी कहने आ, कराउंदा भी आ, करदा भी आ, सारा कुछ आप ही बन जाता। आपे इस श्लोक नूं कई बारी उचारण करते महाराज दृष्टा दर्शन करता कारण क्रिया साधन भी लिखते आ कि साडे विच जिहड़ा साधन चला रहा वो भी आप ही चला रहा है, करता भी उही है, क्रिया भी उही करदा, क्योंकि परमात्मा सर्वव्यापी है, परमात्मा अविनाशी है। परमात्मा के किन्ने नाम रखे आ, परमात्मा का कला नाम परमात्मा वाल्मीकि जी नहीं है। परमात्मा वाल्मीकि जी ने इस बाणी दे विच सानू बड़े अर्थां दे नाल शुद्ध करके समझाया है कि परमात्मा का नाम बखत भी है, ते परमात्मा आद बखत वही सिमरत कहते हैं। और जिसके प्रकाश से सूरजदायक प्रकाशता है, एक उसको बखत कहते हैं। आद वेद बखत वही है, क्योंकि जिहड़ा बखत आद तो चलदा आ रहा, वेदां तो भी चलदा आ रहा, किन्ने युगो युग अटल बखत ही चलदा आ रहा, समा उही चलदा आ रहा, पर वो भी परमात्मा है।
सिमरत करता कहते हैं, क्योंकि ਜਿਹੜੇ ਸਿਮਰਨ ਕਰਤਾ ਹੈ, ਕਿਉਂਕਿ ਜਿਹੜਾ ਸਾਡੇ ਵਿੱਚ ਬੋਲ ਰਿਹਾ ਹੈ ਉਹ ਵੀ ਕਰਤਾ ਹੈ। ਸਭ ਕੁਝ ਸਿਮਰਨ ਵੀ ਵਹੀ ਕਰਨੇ ਵਾਲਾ ਹੈ, ਕਿ ਜਿਹੜਾ ਸੰਸਾਰ ਦੇ ਵਿੱਚ ਸਿਮਰਨ ਕਰਾ ਰਿਹਾ, ਸਭ ਕੁਝ ਕਰਾ ਰਿਹਾ, ਸਭ ਕੁਝ ਵਹੀ ਕਰਨੇ ਵਾਲਾ ਹੈ, ਕਿਉਂਕਿ ਉਹੀ ਆਪੇ ਕਰਤਾ। ਇਸੇ ਸ਼ਲੋਕ ਬਣਦਾ ਹੈ, ਆਪੇ ਕਰਤਾ ਕਰੇ ਕਰਾਏ, ਆਪੇ ਸਾਨੂੰ ਪਾਰ ਨਗਾਏ, ਕਿਉਂਕਿ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਉਹੀ ਪੁਰਸ਼ ਹੈ, ਉਹੀ परमात्मा है। और जब कुछ उसी की इच्छा से चलता, क्योंकि जिन्ना भी संसार चल रहा है ਉਹਦੀ ਇੱਛਾ ਦੇ ਨਾਲ ਹੀ ਚੱਲਦਾ ਪਿਆ ਹੈ। इसी से सब करता सर्व आत्मा है, क्योंकि ਜਿਹੜੀ ਸਰਬ ਕਰਤਾ ਹੈ ਉਹ ਆਤਮਾ ਹੈ। ਆਤਮਾ ਹਰ ਇੱਕ ਜੀਵ ਦੇ ਵਿੱਚ ਹੈ। ਜਿੰਨੀਆਂ ਵੀ ਧਰਤੀ ਦੇ ਉੱਤੇ ਪੌਦੇ, ਪੇੜ, ਕੀੜੇ ਮਕੌੜੇ, ਜਿੰਨੀ ਵੀ ਸੰਸਾਰ ਦੇ ਵਿੱਚ ਮਹਾਰਾਜ ਨੇ ਜੀਵ ਲਿਖੇ ਆ, ਉਹ ਸਾਜੇ ਆ, ਉਹਨਾਂ ਸਾਰਿਆਂ ਜੀਵਾਂ ਦੇ ਵਿੱਚ ਆਤਮਾ ਹੈ। ਆਤਮਾ ਜਿਹੜਾ ਸਰਬ ਵਿਆਪੀ ਆਤਮਾ ਹੈ, ਸਰਬ ਵਿਆਪੀ ਮਨ ਹੈ, ਇਹੀ ਚੇਤਨ ਹੈ। ਇਹਦਾ ਕਰਕੇ ਹੀ ਸਾਨੂੰ ਆਤਮਾ ਹੀ परमात्मा है। और इत्यायिक नाम शस्त्रकारों ने, पता नहीं किन्ने क नाम शस्त्रकारों ने परमात्मा दे रखे आ। किसी ने बुद्धि कहा, किसी ने बखत कहा, किसी ने विज्ञान कहता, किसी ने वाहिगुरु कहता, किसी ने अल्लाह कहता, किसी ने गॉड कहता, किसी ने ओम कहता, क्योंकि परमात्मा सर्व व्यापी है। परमात्मा दे नाम ये सिर्फ संसार वास्ते नाम आ। इस संसार ਲਈ परमात्मा वाल्मीकि जी ने नाम ਸਾਜੇ ਆ ਇਸ ਬਾਣੀ ਦੇ ਵਿੱਚ। ਇਸ ਬਾਣੀ ਦੇ ਵਿੱਚ ਸਾਰਿਆਂ ਦੇ ਨਾਮ ਦਿੱਤੇ ਆ, ਪਰ ਸਾਨੂੰ ਇੱਕ ਗਮਰਾਹ ਕੀਤਾ ਗਿਆ ਆ। ਸਾਨੂੰ ਬਾਣੀ, ਅਸੀਂ ਬਾਣੀ ਦੇ ਨਾਲ ਜੁੜਦੇ ਨਹੀਂ ਹੈ, ਅਸੀਂ ਸੰਸਾਰ ਦੇ ਵਿੱਚੋਂ ਪ੍ਰਮਾਤਮਾ ਲੱਭਦੇ ਹਾਂ। ਪ੍ਰਮਾਤਮਾ ਵਾਲਮੀਕੀ ਜੀ ਇੱਥੇ ਸ਼ਲੋਕ ਲਿਖਦੇ ਆ ਕਿ ਇਹ ਭਾਰਤਵਾਜ ਸ਼ਿਸ਼, ਜਿਸ ਤਰ੍ਹਾਂ ਦੋ ਲੱਕੜਾਂ ਦਾ ਸੰਬੰਧ ਅੱਗ ਦੇ ਨਾਲ ਹੈ ਤੇ ਅੱਗ ਦੋ ਲੱਕੜਾਂ ਨੂੰ ਸਾੜ ਕੇ ਸਵਾਹ ਬਣਾ ਦਿੰਦੀ ਹੈ, ਤੇ ਇਸੇ ਤਰ੍ਹਾਂ ਸਾਡੇ ਸਰੀਰ ਦਾ ਸੰਬੰਧ ਅੱਗ ਦੇ ਨਾਲ ਹੈ ਤੇ ਅੱਗ ਸਾਡੇ ਸਰੀਰ ਨੂੰ ਸਾੜ ਕੇ ਸਵਾਹ ਬਣਾ ਦਿੰਦਾ ਹੈ। ਤੇ ਜੋ ਸਾਡੇ ਵਿੱਚ ਬੋਲ ਰਿਹਾ ਹੈ, ਜੋ ਕਰ ਰਿਹਾ, ਚੇਸ਼ਟਾ ਕਰ ਰਿਹਾ ਹੈ, ਉਹ ਤਾਂ ਚਲਾ ਗਿਆ। ਇਸ ਕਰਕੇ ਸਾਨੂੰ ਪ੍ਰਮਾਤਮਾ ਕਿਤੇ ਬਾਹਰ ਨਹੀਂ ਲੱਭਣਾ ਚਾਹੀਦਾ, ਪ੍ਰਮਾਤਮਾ ਇਸ ਬਾਣੀ ਦੇ ਨਾਲ ਲੱਭਣਾ ਚਾਹੀਦਾ। ਵੱਧ ਤੋਂ ਵੱਧ ਸਾਨੂੰ ਇਸ ਬਾਣੀ ਦੇ ਨਾਲ ਜੁੜਨਾ ਚਾਹੀਦਾ। ਸਾਹਿਬ ਸ਼੍ਰੀ ਯੋਗ ਵਸਿਸ਼ਟ ਦੀ ਬਾਣੀ ਮੈਂ ਸਾਰੇ ਸੰਸਾਰ ਨੂੰ ਆਦੇਸ਼ ਦੇਣਾ ਚਾਹੁੰਦਾ ਹਾਂ ਕਿ ਪ੍ਰਮਾਤਮਾ ਵਾਲਮੀਕੀ ਜੀ ਨੇ ਕੱਲੀ ਰਾਮਾਇਣ ਨਹੀਂ ਲਿਖੀ ਗੁਰੂ ਪਿਆਰਿਓ, ਉਹਨਾਂ ਨੇ ਸੰਸਾਰ ਦੇ ਵਿੱਚ ਜਿੰਨਾ ਵੀ ਇਸ ਟਾਈਮ ਸਾਇੰਸ ਚੱਲ ਰਹੀ ਹੈ, ਜਿੰਨੀ ਵੀ ਸ੍ਰਿਸ਼ਟੀ ਚੱਲ ਰਹੀ ਹੈ, ਉਹ ਪ੍ਰਮਾਤਮਾ ਵਾਲਮੀਕੀ ਜੀ ਨੇ ਇਸ ਯੋਗ ਵਸਿਸ਼ਟ ਬਾਣੀ ਦੇ ਵਿੱਚ ਵਿਸ਼ੇਸ਼ ਕਰਕੇ ਲਿਖਿਆ। ਜੇ ਅੱਜ ਸਾਇੰਸ ਚੱਲ ਰਹੀ ਹੈ ਉਹ ਵੀ ਇਸ ਬਾਣੀ ਦੇ ਆਧਾਰ 'ਤੇ ਚੱਲ ਰਹੀ ਹੈ। ਜੇ ਅੱਜ ਸ੍ਰਿਸ਼ਟੀ ਚੱਲ ਰਹੀ ਹੈ ਉਹ ਵੀ ਇਸ ਬਾਣੀ ਦੇ ਆਧਾਰ 'ਤੇ ਚੱਲ ਰਹੀ ਹੈ। ਇਹ ਬਾਣੀ ਯੁੱਗੋ ਯੁੱਗ ਅਟੱਲ ਹੈ। ਇਸ ਬਾਣੀ ਨੂੰ ਸਾਰੇ ਪੜ੍ਹੋ। ਪ੍ਰਮਾਤਮਾ ਵਾਲਮੀਕੀ ਜੀ ਸਾਡੇ ਨਹੀਂ ਹੈ, ਉਹ ਸਾਰੇ ਜਗਤ ਦੇ ਗੁਰੂ ਹੈ, ਸਰਬ ਵਿਆਪਕ ਹੈ, ਸਰਬ ਆਤਮਾ ਹੈ। ਅਤੇ ਮੈਂ ਸਾਰੇ ਵਾਲਮੀਕੀ, ਸਾਰੇ ਸਮਾਜ ਨੂੰ, ਸਾਰੇ ਦੁਨੀਆ ਨੂੰ ਆਦੇਸ਼ ਦਿੱਤਾ ਕਿ ਇਹ ਜਿਹੜੀ ਬਾਣੀ ਹੈ ਜੁੱਗੋ ਜੁੱਗ ਅਟੱਲ ਹੈ। ਰਾਮ ਕਥਾ ਜੁੱਗੋ ਜੁੱਗ ਅਟੱਲ, ਪੜ੍ਹੇ ਸੋ ਗਾਵੈ, ਦੁੱਖ ਦਲਿੱਦਰ ਨਿਕਟ ਨਾ ਆਵੈ। ਪਾਰ ਬ੍ਰਹਮ ਵਿੱਚ ਜੂਨਾਂ ਦੇ ਵਿੱਚ ਨਾ ਆਵੈ, ਕਿਉਂਕਿ ਪਾਰ ਬ੍ਰਹਮ ਨਾ ਜਨਮਦਾ ਹੈ ਅਤੇ ਨਾ ਮਰਦਾ ਹੈ, ਉਹ ਸਰਬ ਵਿਆਪੀ ਹੈ। ਇਹ ਮਨ ਕਰਕੇ ਹੀ ਸਾਨੂੰ ਸੰਸਾਰ ਜਿਹੜਾ ਆਪਣਾ ਲੱਗਦਾ ਹੈ। ਇਸ ਮਨ ਨੂੰ ਜਿੱਤਣ ਨਾਲ ਹੀ ਅਸੀਂ ਪ੍ਰਮਾਤਮਾ ਨੂੰ ਪਾ ਸਕਦੇ ਹਾਂ। ਇਸ ਬਾਣੀ ਸਾਹਿਬ ਸ਼੍ਰੀ ਯੋਗ ਵਸਿਸ਼ਟ ਵਿੱਚ ਪ੍ਰਮਾਤਮਾ ਵਾਲਮੀਕੀ ਜੀ ਨੇ ਸਾਨੂੰ ਸਰਲ ਕਰਕੇ ਸਮਝਾਇਆ ਹੈ, ਅਤੇ ਸਾਰੇ ਇਸ ਬਾਣੀ ਨੂੰ ਵੱਧ ਤੋਂ ਵੱਧ ਪੜ੍ਹੋ ਅਤੇ ਆਪਣਾ ਜੀਵਨ ਸੁਧਾਰੋ। ਜੋ ਅੱਜ ਧਰਮਾਂ ਦੀ ਅੱਗ ਲੱਗੀ ਹੋਈ ਹੈ, ਇਹ ਧਰਮਾਂ ਦੀ ਅੱਗ ਤਾਂ ਹੀ ਮਿਟ ਸਕਦੀ ਹੈ ਜਦੋਂ ਅਸੀਂ ਪ੍ਰਮਾਤਮਾ ਵਾਲਮੀਕੀ ਜੀ ਦੀ ਬਾਣੀ ਨੂੰ ਪੜ੍ਹਾਂਗੇ ਅਤੇ ਸਾਡਾ ਜੀਵਨ ਸੁਧਰੂਗਾ, ਅਸੀਂ ਦੂਜਿਆਂ ਨੂੰ ਵੀ ਸੁਧਾਰ ਸਕਾਂਗੇ। ਜੋ ਬੋਲੇ ਸੋ ਨਿਰਭੈ। ਪ੍ਰਮਾਤਮਾ ਵਾਲਮੀਕੀ ਮਹਾਰਾਜ ਕੀ ਜੈ। ਸਾਹਿਬ ਸ਼੍ਰੀ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ। ਇਹ ਜੁੱਗੋ ਜੁੱਗ ਅਟੱਲ ਬਾਣੀ ਸਾਹਿਬ ਸ਼੍ਰੀ ਯੋਗ ਵਸਿਸ਼ਟ ਦੀ ਬਾਣੀ, ਪੜ੍ਹੇ ਸੁਣੇ ਦੁੱਖ ਦਲਿੱਦਰ ਨਿਕਟ ਨਾ ਆਏ। ਬਾਣੀ ਜੁੱਗੋ ਜੁੱਗ ਅਟੱਲ ਹੈ, ਅਟੱਲ ਹੈ, ਅਟੱਲ ਹੈ, ਅਟੱਲ ਹੈ।